हेलो स्टूडेंट्स, ਅਸੀਂ ਕਰ ਰਹੇ ਹਾਂ क्लास 10th चैप्टर 3 दो चरणों वाले रेखी समीकरणों के जोड़े पेयर ऑफ टू वेरिएबल लीनियर इक्वेशंस। सो जिस दी ਅਸੀਂ इंट्रोडक्शन क्लास भी लगा चुके हैं ਅਤੇ ਜਿਸ ਦਾ ਅਸੀਂ एक्सरसाइज 3.1 भी कंप्लीट कर चुके हैं ਅਤੇ 3.2 ਦਾ ਕੁਐਸਚਨ ਫਸਟ ਵੀ ਕਰ ਚੁੱਕੇ ਹਾਂ ਜਿਸ ਨੂੰ ਅਸੀਂ ਗ੍ਰਾਫਿਕਲੀ ਮੈਥਡ ਦੇ ਨਾਲ ਵੇਖਿਆ ਸੀਗਾ। ਹੁਣ ਅਸੀਂ ਆਪਣਾ ਕਰਾਂਗੇ ਕੁਐਸਚਨ ਸੈਕਿੰਡ। ਸੋ ਲਿਖਿਆ ਕਿ ਸਾਨੂੰ ਫਾਈਂਡ ਆਊਟ ਵੈਦਰ ਦਾ ਫੋਲੋਇੰਗ ਪੇਅਰ ਆਫ ਲੀਨੀਅਰ ਇਕੁਏਸ਼ਨਸ ਇੰਟਰਸੈਕਟ पैरलल और कोइंसिडेंट मतलब कि रेखावां की हन काटवियां हन समांतर हन जां संपाती हन ये ਅਸੀਂ ਦੱਸਣਾ ਹੈ। ਸੋ ਜਿਸ ਦੇ ਲਈ ਅਸੀਂ ਆਪਣੀ ਇੰਟਰੋਡਕਸ਼ਨ ਦੀ ਕਲਾਸ ਦੇ ਵਿੱਚ ਇਹ ਵੇਖਿਆ ਸੀ ਕਿ ਕਿਸ ਤਰ੍ਹਾਂ a1 ਓਵਰ a2 b1 ਓਵਰ b2 c1 ਓਵਰ c2 ਦੀ ਰੇਸ਼ੋ ਦੇ ਨਾਲ ਅਸੀਂ ਇਹ ਦੱਸਦੇ ਹਾਂ ਕਿ ਰੇਖਾਵਾਂ ਜਿਹੜੀਆਂ ਆਪਸ ਵਿੱਚ ਕੱਟਣਗੀਆਂ ਜਾਂ ਉਹਨਾਂ ਦਾ ਹੱਲ ਜਿਹੜਾ ਹੈ ਸੰਪਾਤੀ ਹੋਏਗਾ ਜਾਂ ਸਮਾਂਤਰ ਹੋਏਗਾ। ਠੀਕ ਹੈ, ਸੋ ਇਹ ਕੁਐਸਚਨ ਹੈ ਸਾਡਾ ਫਸਟ। सब तो पहला तो असीं अपनी इक्वेशन नूं रीराइट लिखते हैं अपने a1 a2 b2 या c1 कुछ भी फाइंड करने के लिए। सो सोल्यूशन 5x प्लस माइनस 4y इज इक्वल टू, सो ये देखो 8 प्लस का इसनूं आपां इस साइड लै जांदे हां ते माइनस का 8 हो गया साडे को 7x प्लस 6y इज इक्वल टू 9 माइनस का इस साइड जाके साडे को पॉजिटिव हो गया। हुण ये इक्वेशन साडी फर्स्ट है अते ये इक्वेशन है सैकेंड। फर्स्ट इक्वेशन ਦੇ ਵਿੱਚ ਸਾਡੇ ਕੋਲ a1 b1 ਅਤੇ c1 ਮਿਲੇਗਾ। ਸੈਕੰਡ ਇਕੁਏਸ਼ਨ ਸਾਨੂੰ a2 b2 ਅਤੇ c2 ਮਿਲਣਗੇ। ਸੋ ਸਭ ਤੋਂ ਪਹਿਲਾਂ a1 ਵੇਖੀਏ ਕਿੰਨਾ ਹੈ। ਸੋ x ਦਾ ਕੋਐਫੀਸ਼ੀਐਂਟ ਫਰਸਟ ਇਕੁਏਸ਼ਨ ਦੇ ਵਿੱਚ x ਦਾ ਕੋਐਫੀਸ਼ੀਐਂਟ ਜਾਂ x ਦਾ ਗੁਣਾਂਕ ਦੇਖੋ ਇਸ ਤੋਂ ਅੱਗੇ ਕੀ ਲੱਗਾ ਹੈ 5। ਇਹ ਸਾਡਾ a1 ਹੈ b1 y ਦੇ ਨਾਲ ਕੀ ਹੈ 4। ਸੋ ਨਾਲ 4 ਤੋਂ ਪਹਿਲਾਂ ਕੀ ਹੈ ਮਾਈਨਸ, ਉਹ ਮਾਈਨਸ ਹਮੇਸ਼ਾ ਦੀ ਕਾਊਂਟ ਕਰਕੇ ਚੱਲਣਾ ਹੈ। ਠੀਕ ਹੈ, ਜਿਸ ਵੀ ਵੈਲਿਊ ਦੇ ਨਾਲ ਮਾਈਨਸ ਹੈ ਅਸੀਂ ਮਾਈਨਸ ਲਗਾਵਾਂਗੇ। ਸੋ ਇਹ ਕੀ ਹੈ -8। सो इस तरह a2 कितना है 7 b2 कितना 6 c2 कितना है 9। तो सब तो पहला ਅਸੀਂ ਦੇਖਦੇ ਹਾਂ ਆਪਣੀ 5/7 ਇਸ ਤਰ੍ਹਾਂ ਹੀ ਅਸੀਂ ਰੇਸ਼ੋ ਚੈੱਕ ਕਰਨੀ ਹੈ। ਠੀਕ ਹੈ 5/7 -4/6। ਸੋ ਜਦੋਂ ਵੀ ਰੇਸ਼ੋ ਚੈੱਕ ਕਰਨੀ ਹੈ ਅਸੀਂ ਜਿੱਥੇ ਵੀ ਸਾਡੇ ਕੋ ਉਸ ਦੀ ਲੋਐਸਟ ਫਾਰਮ ਬਣਦੀ ਹੋਈ ਮਤਲਬ ਕਿ ਨਿਊਨਤਮ ਜਿਹੜੀ ਫਾਰਮ ਹੈ ਉਹ ਬਣਦੀ ਹੋਈ ਨਿਊਨਤਮ ਰੂਪ ਬਣਦਾ ਹੋਇਆ ਤਾਂ ਉਸ ਨੂੰ ਬਣਾਉਣਾ ਹੈ ਅਸੀਂ ਮਤਲਬ ਕਿ ਉਸ ਦੀ ਕੈਂਸਲੇਸ਼ਨ ਜਾਂ ਕਟਿੰਗ ਕਰਨੀ ਹੈ। ਸੋ ਦੇਖੋ ਇੱਥੇ ਸਾਡੇ ਕੋ ਇਹ ਵੈਲਿਊ ਜਿਹੜੀਆਂ ਕੱਟ ਰਹੀਆਂ ਹਨ 2 2 4 2 3 6 ਸਾਡੇ ਕੋ ਆ ਗਿਆ 5/7 ਇਜ਼ ਇਕੁਅਲ ਟੂ -2/3। ਸੋ ਇਹ ਦੇਖੋ ਸਾਡੇ ਕੋ ਹੈ ਨੋਟ ਇਕੁਅਲ ਟੂ ਆਪਸ ਬਰਾਬਰ ਥੋੜਾ ਨਾ ਇਹ ਦੋਵੇਂ ਰੇਸ਼ੋ ਸਾਡੇ ਕੋ ਨੋਟ ਇਕੁਅਲ ਟੂ ਆ ਗਈਆਂ। ਇੱਥੇ ਵੀ ਨੋਟ ਇਕੁਅਲ ਟੂ ਸੀ ਪਰ ਅਸੀਂ ਇੱਕ ਵਾਰੀ ਕੈਂਸਲੇਸ਼ਨ ਕਰ ਲੈਣੀ ਹੈ ਜ਼ਰੂਰ ਜੇਕਰ ਸਾਡੇ ਕੋ ਹੁੰਦੀ ਹੋਵੇ। ਉਸ ਤੋਂ ਵੀ ਜ਼ਿਆਦਾ ਜ਼ਰੂਰੀ ਗੱਲ ਕੀ ਹੈ ਆਪਣੇ ਕੋ देखो ये वैल्यू पॉजिटिव है ये नेगेटिव है। सो जो वैल्यू पॉजिटिव नेगेटिव हो गए दैन भी वो वैल्यूज जी ने रेशो जी वो इक्वल नहीं होएगी। सो इतने साडे को नॉट इक्वल टू आया है। सो इसलिए साडे को भी होगा इस दियां काटवियां रेखावां। सो इंटरसेक्ट लाइंस इंटरसेक्ट करनगियां। सो बिकॉज ऑफ क्योंकि a1 ओवर a2 नॉट इज इक्वल टू b1 ओवर b2। सो जो भी साडे कोई प्रॉपर्टी है साडे को रेशो बन जाती है रिलेशनशिप दे विच तां साडे को काटिंग रेखावां या इंटरसेक्ट लाइन्स जिहड़ियां ने ओह आदियां हन। सो इस तो बाद इसदा सैकेंड पार्ट है साडे को इस दे विच असीं जिहड़ियां इक्वेशनस ने अपणियां इन्हां नूं रीराइट लिखदे हां। सो साडे को आ गया 9x प्लस 3y इज इक्वल टू -12। सो फिर आ गया 18x प्लस 6y इज इक्वल टू -24। हुण ये भी साडी कोई इक्वेशन फर्स्ट हो गई ते साडी ये इक्वेशन हो गई सेकंड। सो असी a1 a2 b1 b2 c1 ते c2 अपने जेडे आ लिखते हैं की आंदे साडे को। सो मैनूं लगदा कि तुहानूं ये क्लीयर हो गया होगा कांसैप्ट। सो तुसीं आप ही अपने लिख सकते हो सोच सकते हो कि a1 किहड़ा होएगा साडे को। सो फर्स्ट इक्वेशन दे साडे को a1 b1 c1 मिलणगे। सो साडे को कितना आ गया 9 एंड b2 कितना आ गया साडे को 3 c1 कितना आ गया -12। सो इस तरह इक्वेशन 2 दे विच साडे को a2 कितना आ गया 18 एंड b2 6 c2 आ गया -24। सो एक हो सकता किसी बच्चे नूं कोई इत्थे लगदा होवे कि देखो कई बार तां ਅਸੀਂ क्वेश्चन ਨੂੰ ਇਸ ਤਰ੍ਹਾਂ ਵੀ ਲਿਖਦੇ ਹਾਂ क्वेश्चन ਨੂੰ ਅਸੀਂ ਇਸ ਤਰ੍ਹਾਂ ਨਹੀਂ ਬਣਾਉਂਦੇ ਰੀਰਾਈਟ ਅਸੀਂ ਇਸ ਨੂੰ c1 c2 ਲੈ ਲੈਂਦੇ ਹਾਂ। ਠੀਕ ਹੈ ਉਹ ਵੀ ਠੀਕ ਹੈ ਫਾਰਮ ਪਰ ਜੇਕਰ ਇਸ ਤਰ੍ਹਾਂ ਨਹੀਂ ਲੈਣਾ ਤਾਂ ਅਸੀਂ ਇਸ ਨੂੰ ਰਾਈਟ ਸਾਈਡ ਸ਼ਿਫਟ ਕਰਦੇ ਹਾਂ ਟ੍ਰਾਂਸਪੋਲੇਸ਼ਨ ਕਰਦੇ ਹਾਂ
ਤਾਂ ਉਸ ਤੋਂ ਬਾਅਦ ਸਾਡੇ ਕੋਲੇ ਸਾਈਨ ਚੇਂਜ ਹੋ ਜਾਂਦੇ ਹਨ ਤਾਂ ਅਸੀਂ C1 C2 ਆਪਣੇ ਜਿਹੜੇ ਉਹ ਈਜ਼ੀਲੀ ਲੈ ਲੈਂਦੇ ਹਾਂ। ਸੋ ਆਪਣਾ ਆਪਣਾ ਮੈਥਡ ਹੈ, ਕਿਸੇ ਵੀ ਤਰ੍ਹਾਂ ਤੁਸੀਂ ਇਸ ਤਰ੍ਹਾਂ ਵੀ ਕਰ ਸਕਦੇ ਹੋ, ਇਸ ਤਰ੍ਹਾਂ ਵੀ ਕਰ ਸਕਦੇ ਹੋ, ਬਟ ਦੋਵਾਂ ਦੇ ਵਿੱਚ ਕੁਝ ਨਾ ਕੁਝ ਫਰਕ ਜਿਹੜਾ ਫਿਰ ਵੀ ਰਹਿੰਦਾ ਹੈ। ਕਿ ਇਸ ਤਰ੍ਹਾਂ ਕਰਨ ਦਾ ਕੀ ਫਾਇਦਾ ਹੈ ਆਪਾਂ ਅਗਲੇ ਕੁਐਸਚਨ ਦੇ ਵਿੱਚ ਵੇਖਾਂਗੇ ਜਦੋਂ ਸਾਡੇ ਕੋਲ ਹੋਰ ਐਕਸਰਸਾਈਜ਼ ਵਾਲੀ ਆਏਗੀ, ਕਨਸੈਪਟ ਕਲੀਅਰ ਹੋ ਜਾਏਗਾ ਤੁਹਾਨੂੰ। ਸੋ ਇੱਥੇ ਹੈਗਾ ਸਾਡੇ ਕੋਲ ਇਹ, ਅਸੀਂ ਸਭ ਤੋਂ ਪਹਿਲਾਂ ਇਹ ਰੇਸ਼ੋ ਚੈੱਕ ਕਰੀਏ 9/18 ਐਂਡ 3/6। ਸੋ ਇੱਥੇ ਦੇਖੋ ਹੁਣ ਸਾਡੇ ਕੋਲ a ਦੀ ਕੈਂਸਲੇਸ਼ਨ ਹੋ ਰਹੀ ਹੈ, ਹਾਂਜੀ 3 3 ਦਾ 9, 3 6 ਦਾ 18, ਸਾਡੇ ਕੋਲ ਆ ਗਿਆ 3/6 ਇਜ਼ ਇਕੁਅਲ ਟੂ 3/6। ਸੋ ਪਹਿਲੀ ਗੱਲ ਤਾਂ ਸਾਡੇ ਕੋਲ ਰੇਸ਼ੋ ਜਿਹੜੀ ਇੱਥੇ ਇਕੁਅਲ ਫਾਰਮ 'ਚ ਆ ਜਾਂਦੀ ਹੈ। ਪਰ ਇਸ ਤੋਂ ਹੀ ਬਾਅਦ 3 × 3 3 2 6, 3 1 ਦਾ 3 3 2 ਦਾ 6, ਸੋ ਇਹ ਹੈਗਾ 1/2 ਇਜ਼ ਇਕੁਅਲ ਟੂ 1/2। ਸੋ ਰੇਸ਼ੋ ਦੇਖੋ ਸਾਡੇ ਕੋਲ ਇਜ਼ ਇਕੁਅਲ ਟੂ ਆ ਗਈ। ਸੋ ਇਹਦੀ ਰੇਸ਼ੋ a1/a2 b1/b2 ਦੀ ਰੇਸ਼ੋ ਜਿਹੜੀ ਸਾਡੇ ਕੋਲ ਇਜ਼ ਇਕੁਅਲ ਟੂ ਆਉਂਦੀ ਹੈ। ਤਾਂ ਸਾਡੇ ਕੋਲ ਕੀ ਆਉਂਦਾ ਹੈ a1/a2 ਇਜ਼ ਇਕੁਅਲ ਟੂ b1/b2 ਹੈ। ਸੋ देयरफॉर ਸੋ ਜਦੋਂ ਸਾਡੇ ਕੋਲ ਇਹ ਰਿਜ਼ਲਟ ਬਣ ਗਿਆ a1/a2 b1/b2 a2 ਇਜ਼ ਇਕੁਅਲ ਟੂ b1/b2 ਇਕੁਅਲ ਟੂ ਆ ਜਾਂਦੇ ਹਨ ਆਪਸ ਦੇ ਵਿੱਚ ਇੱਕ ਦੂਸਰੇ ਦੇ, ਤਾਂ ਅਸੀਂ c1/c2 ਦੀ ਰੇਸ਼ੋ ਜਿਹੜੀ ਉਹ ਵੀ ਚੈੱਕ ਕਰਨੀ ਹੈ। ਹੁਣ ਅਸੀਂ 1/2 ਜਿਹੜਾ ਹੈ ਅਸੀਂ ਉਹ ਵੀ ਚੈੱਕ, ਇਹ ਦੇਖੋ ਸਾਡੇ ਕੋਲ 1/2 ਇਜ਼ ਇਕੁਅਲ ਟੂ 1/2 ਆਇਆ। ਸੋ ਇਸ ਦੇ ਨਾਲ ਅਸੀਂ ਲਿਖਦੇ ਹਾਂ ਆਪਣੀ c1/c2 ਇਹ ਵਾਲੀ ਰੇਸ਼ੋ। ਸੋ -12/-24। ਸੋ ਮਾਈਨਸ ਨਾਲ ਮਾਈਨਸ ਕੈਂਸਲ, ਇਹ ਆ ਗਿਆ ਸਾਡਾ 12 1 12, 12 2 24। ਸੋ ਸਾਡੇ ਕੋਲ ਆ ਗਿਆ 1/2 ਇਜ਼ ਇਕੁਅਲ ਟੂ 1/2। ਸੋ 1/2। ਸੋ ਠੀਕ ਹੈ। ਸੋ ਸਾਡੇ ਕੋਲ ਤਿੰਨੋਂ ਰੇਸ਼ੋਜ਼ ਇਕੁਅਲ ਟੂ ਆ ਗਈਆਂ। ਸੋ ਸਾਡੇ ਕੋਲ ਆ ਜਾਂਦਾ ਹੈ a1/a2 ਇਜ਼ ਇਕੁਅਲ ਟੂ b1/b2 ਇਜ਼ ਇਕੁਅਲ ਟੂ c1/c2। ਸੋ ਜਦੋਂ ਸਾਡੇ ਕੋਲ ਤਿੰਨੋਂ ਹੀ ਆਪਸ ਵਿੱਚ ਬਰਾਬਰ ਆ ਜਾਂਦੇ ਹਨ ਤਾਂ ਸਾਡੇ ਕੋਲ ਕੀ ਆਉਂਦਾ ਹੈ, ਸੋ देयरफॉर ਲਾਈਨਸ ਆਰ coincident। So therefore lines are coincident, मतलब कि साडे को आ गया रेखावां संपाती ਹਨ। सो ये हो जाता है साडा पार्ट 2। सो इस तो बाद साडा आंदा है क्वेश्चन सैकंड ਦਾ पार्ट 3। सो इस दे विच फिर ਅਸੀਂ इक्वेशंस ਨੂੰ रीराइट लिख ਲੈਂਦੇ ਹਾਂ 6x - 3y is equal to -10. So 2x minus y is equal to -9. So equation first and equation second. So a1 a2 b1 b2 c1 ਤੇ c2। so a1 ਕੀ ਹੋ ਗਿਆ 6, b1 -3, c1 -10। so a2 2, b2 ਕਿੰਨਾ ਆ ਗਿਆ, ਦੇਖੋ y ਦੇ ਨਾਲ ਦੇਖੋ ਤੁਹਾਡੇ ਕੋਲ ਇੱਥੇ ਕੋਈ ਵੀ ਵੈਲਿਊ ਨਹੀਂ ਹੈ ਨਾ, y ਦਾ ਕੋਈ ਵੀ ਕੋਐਫੀਸ਼ੀਐਂਟ ਨਹੀਂ ਨਜ਼ਰ ਆ ਰਿਹਾ ਜਾਂ ਗੁਣਾਂਕ ਨਹੀਂ ਨਜ਼ਰ ਆ ਰਿਹਾ। ਸੋ ਇਟ ਮੀਨਸ ਇੱਥੇ ਕੀ ਹੋਏਗਾ ਸਾਡੇ ਕੋਲ 1। ਸੋ 1 ਕਿਉਂ, ਧਿਆਨ ਨਾਲ ਸਮਝਣਾ ਹੈ। ਸੋ ਦੇਖੋ ਇੱਥੇ ਕਿੰਨੇ x ਨੇ 2x, ਇੱਥੇ ਕਿੰਨੇ y ਨੇ 1y। ਸੋ ਜਿੰਨੇ ਵੀ ਨੰਬਰ ਆਫ y x ਪਏ ਹੋਣਗੇ ਉਹ ਹੀ ਸਾਡਾ ਜਿਹੜਾ ਹੈ ਕੋਐਫੀਸ਼ੀਐਂਟ ਜਾਂ ਗੁਣਾਂਕ ਜਿਹੜਾ ਉਹ ਹੋ ਜਾਏਗਾ। ਸੋ c2 ਆ ਗਿਆ ਸਾਡਾ -9। ਸੋ ਚੈੱਕ ਕਰੋ 6/2 ਇਜ਼ ਇਕੁਅਲ ਟੂ -3/1। ਸੋ ਦੇਖੋ 2 1 2, 2 3 6, ਸਾਡੇ ਕੋਲ ਸਾਈਡ ਤੇ 3 ਆ ਗਿਆ, ਇੱਧਰ ਆ ਗਿਆ -3। ਸੋ ਵੈਲਿਊ ਤਾਂ ਦੇਖੋ ਸਾਡੇ ਕੋਲ ਸੇਮ ਆ ਰਹੀ ਹੈ 3 3, ਪਰ ਸਾਈਨ ਦੇਖੋ ਇੱਧਰ ਪੋਜ਼ਿਟਿਵ ਇੱਧਰ ਨੈਗੇਟਿਵ। ਸੋ ਜਿਹੜੀ ਰੇਸ਼ੋ ਹੈ ਉਹ ਇਜ਼ ਇਕੁਅਲ ਟੂ ਨਹੀਂ ਹੋਏਗੀ। ਸੋ देयरफॉर a1/a2 not equal to b1/b2। देयरफॉर lines are intersecting each other। ਸੋ ਲਾਈਨਸ ਜਿਹੜੀਆਂ ਨੇ ਇੱਕ ਦੂਸਰੇ ਨੂੰ ਕੱਟ ਰਹੀਆਂ ਹਨ। ਸੋ ਇੱਥੇ ਅਸੀਂ ਲਿਖਦੇ ਹਾਂ ਲਿਖਾਵਾਂ ਕਾਟਵੀਆਂ ਹਨ। ਸੋ ਇਹ ਸੀ ਸਾਡਾ ਐਕਸਰਸਾਈਜ਼ 3.2 ਦਾ ਕੁਐਸਚਨ ਸੈਕਿੰਡ ਦਾ ਪਾਰਟ ਫਸਟ। ਸੋ ਜਿਸ ਦੇ ਵਿੱਚ ਅਸੀਂ ਰੇਸ਼ੋ ਦੇ ਨਾਲ ਰਿਜ਼ਲਟ ਦਿੱਤਾ ਹੈ ਕਿ ਰੇਖਾਵਾਂ ਕੱਟ ਰਹੀਆਂ ਹਨ ਜਾਂ
ਸਮਾਂਤਰ ਹਨ ਜਾਂ ਕੋਇਨਸੀਡੈਂਟ ਹਨ। ਸੋ ਉਮੀਦ ਕਰਦਾ ਹੈ ਕਿਹੜਾ ਕੁਐਸਚਨ ਹੈ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ। ਸੋ ਜੇਕਰ ਵਧੀਆ ਲੱਗੇ ਲਾਈਕ ਜ਼ਰੂਰ ਕਰਨਾ ਹੈ। ਸੋ ਥੈਂਕ ਯੂ, ਮਿਲਦੇ ਹਾਂ ਨੈਕਸਟ ਕਲਾਸ ਵਿੱਚ ਨੈਕਸਟ ਕੁਐਸਚਨ ਦੇ ਨਾਲ।